ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਦੋਸਤੋ, ਮੈਂ ਹਾਂ ਗੁਰਸ਼ਰਨਜੀਤ ਸਿੰਘ ਪੁਰੇਵਾਲ। ਅੱਜ ਅਸੀਂ ਇਤਿਹਾਸਕ ਕਸਬਾ ਕਲਾਨੌਰ ਵਿੱਚ ਪੰਜਾਬ ਸਰਕਾਰ ਵੱਲੋਂ ਜੋ ਗ੍ਰਾਮ ਪੰਚਾਇਤ ਕਲਾਨੌਰ ਦੀ ਜ਼ਮੀਨ ਵਿੱਚ ਗੰਨਾ ਖੋਜ ਕੇਂਦਰ ਗੁਰੂ ਨਾਨਕ ਦੇਵ ਸ਼ੂਗਰ ਕੇਂਦਰ ਰਿਸਰਚ ਐਂਡ ਡਿਵੈਲਪਮੈਂਟ ਇੰਸਟੀਚਿਊਟ ਕਲਾਨੌਰ ਦੀ ਅੱਜ ਜਿਹੜੀ ਹੈ ਸ਼ੁਰੂਆਤ ਕੀਤੀ ਜਾ ਰਹੀ ਹੈ। ਕਲਾਨੌਰ ਦੀ ਪੰਚਾਇਤੀ ਜ਼ਮੀਨ ਦੇ ਵਿੱਚ ਕੈਬਨਿਟ ਮੰਤਰੀ ਅਤੇ ਉਪ ਮੁੱਖ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕਲਾਨੌਰ ਵਿੱਚ ਗੰਨਾ ਖੋਜ ਕੇਂਦਰ ਦੀ ਅੱਜ ਸ਼ੁਰੂਆਤ ਕੀਤੀ ਜਾ ਰਹੀ ਰਸਮੀ ਤੌਰ ਤੇ, ਕਿਉਂਕਿ ਪਿਛਲੇ ਸਮੇਂ ਦੌਰਾਨ ਉਹਨਾਂ ਵੱਲੋਂ ਭਾਵੇਂ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਅਤੇ ਇਸ ਦੇ ਉਦਘਾਟਨ ਵਾਸਤੇ ਜਿਹੜਾ ਅੱਜ ਦਾ ਦਿਨ ਨਿਯਤ ਕੀਤਾ ਗਿਆ। ਇਸ ਸਬੰਧ ਦੇ ਵਿੱਚ ਸਾਡੇ ਨਾਲ ਕੁਝ ਕਿਸਾਨ ਅਤੇ ਕਾਂਗਰਸੀ ਆਗੂ ਵੀ ਮੌਜੂਦ ਹਨ। ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਜਿਹੜਾ ਇਹ ਗੰਨਾ ਖੋਜ ਕੇਂਦਰ ਦਾ ਉਪਰਾਲਾ ਰੰਧਾਵਾ ਸਾਹਿਬ ਵੱਲੋਂ ਕੀਤਾ ਗਿਆ, ਕਿਸ ਤਰੀਕੇ ਨਾਲ ਦੇਖਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਅਜੀਤ ਵੈਬ ਟੀਵੀ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਕੈਬਨਿਟ ਮੰਤਰੀ ਅਤੇ ਉਪ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਜਿਹੜਾ ਗੰਨਾ ਖੋਜ ਕੇਂਦਰ ਦਾ ਉਪਰਾਲਾ ਕੀਤਾ ਗਿਆ ਹੈ, ਬਹੁਤ ਹੀ ਸ਼ਲਾਘਾਯੋਗ ਹੈ। ਇਸ ਦੇ ਨਾਲ ਸਾਡੇ ਜੋ ਬਾਰਡਰ ਏਰੀਆ ਹੈ ਜਾਂ ਸਾਡਾ ਜ਼ਿਲ੍ਹਾ ਗੁਰਦਾਸਪੁਰ ਆ, ਉਹਦੇ ਵਿੱਚ ਬਹੁਤ ਹੀ ਗੰਨੇ ਦੀ ਜਿਹੜੀ ਹੈ ਡਿਵੈਲਪਮੈਂਟ ਹੋਏਗੀ। ਜੀ ਸੁਣਿਆ ਤੁਸੀਂ ਕਿ ਗੰਨਾ ਖੋਜ ਕੇਂਦਰ ਜਿਹੜਾ ਸਰਹੱਦੀ ਖੇਤਰ ਹੈ, ਕਾਫੀ ਸੰਖਿਆ ਦੇ ਵਿੱਚ ਇੱਥੇ ਜ਼ਮੀਨ ਹੈ ਅਤੇ ਉਸ ਦਾ ਕਿਸਾਨਾਂ ਨੂੰ ਫਾਇਦਾ ਹੈਗਾ। ਅਸੀਂ ਸਾਡੇ ਨਾਲ ਮੌਜੂਦ ਨੇ ਪਨਕੋਫੈਡ ਦੇ ਨਵ ਨਿਯੁਕਤ ਚੇਅਰਮੈਨ ਸਰਦਾਰ ਅਵਤਾਰ ਸਿੰਘ ਮਾਲ। ਅਸੀਂ ਉਹਨਾਂ ਤੋਂ ਵੀ ਜਾਣਦੇ ਹਾਂ ਕਿ ਸਰਕਾਰ ਦੇ ਉਪਰਾਲੇ ਨੂੰ ਅਤੇ ਕਿਸਾਨਾਂ ਦੇ ਮੁਤਲਕ ਜਿਹੜਾ ਕੀਤਾ ਗਿਆ, ਕਿਸ ਤਰੀਕੇ ਨਾਲ ਇਸ ਉਪਰਾਲੇ ਨੂੰ ਦੇਖਦੇ ਹੋ ਤੁਸੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਉਪਰਾਲਾ ਸ਼ੁਰੂ ਕੀਤਾ ਗਿਆ ਡਿਪਟੀ ਸੀਐਮ ਸਾਹਿਬ ਸੁਖਜਿੰਦਰ ਸਿੰਘ ਰੰਧਾਵਾ ਜੀ ਨੇ, ਇਹਦਾ ਸਾਡੇ ਕਿਸਾਨਾਂ ਨੂੰ ਬਹੁਤ ਫਾਇਦਾ ਹੋਏਗਾ। ਕਿਉਂ ਕਿ ਇੱਥੇ ਨਵੇਂ ਜਿਹੜੇ ਆ ਨਾ ਗੰਨੇ ਦੇ ਬੀਜ ਪੈਦਾ ਕੀਤੇ ਜਾਣਗੇ, ਜਿਨ੍ਹਾਂ ਦਾ ਝਾੜ ਘੱਟੋ ਘੱਟ 600 ਤੋਂ 700 ਕੁਇੰਟਲ ਦੇ ਵਿੱਚ ਹੋਵੇਗਾ ਅਤੇ ਜਿਹੜਾ ਆਮ ਬੀਆਂ ਦਾ ਝਾੜ ਆ ਉਹ ਸਿਰਫ 250-300 ਦੇ ਵਿੱਚ ਰਹਿੰਦਾ। ਇਸ ਕਰਕੇ ਘੱਟੋ ਘੱਟ 50 ਤੋਂ ਲੱਖ ਦੇ ਵਿੱਚ ਇੱਕ ਜ਼ਿਮੀਂਦਾਰ ਨੂੰ 1 ਏਕੜ ਗੰਨੇ ਪਿੱਛੇ ਫਾਇਦਾ ਹੋਏਗਾ ਇਹਨਾਂ ਚੰਗੀਆਂ ਸਕੀਮਾਂ ਲਿਆਉਣ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ, ਜਿਵੇਂ ਤੁਸੀਂ ਸੁਣਿਆ ਹੈ ਕਿ ਜਿਹੜਾ ਖੋਜ ਕੇਂਦਰ ਕਲਾਨੌਰ ਵਿਖੇ ਸਥਾਪਿਤ ਕੀਤਾ ਜਾ ਰਿਹਾ ਅਤੇ ਇਸ ਵਿੱਚ ਗੰਨੇ ਦੀ ਜਿੱਥੇ ਨਸਲ ਸੁਧਾਰੀ ਜਾਏਗੀ ਅਤੇ ਗੰਨੇ ਦੀ ਵੱਧ ਕਾਸ਼ਤ ਕਰਨ ਵਾਸਤੇ ਨਵੇਂ ਬੀਜ ਅਤੇ ਖੋਜਾਂ ਕੀਤੀਆਂ ਜਾਣਗੀਆਂ। ਇਹ ਸਨ ਕੁਝ ਕਿਸਾਨ ਦੇ ਕਾਂਗਰਸੀ ਆਗੂ। ਇਸ ਸਮੇਂ ਅਸੀਂ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਵੀ ਇੱਥੇ ਪਹੁੰਚੇ ਹਨ, ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਉਹ ਇਸ ਸੰਬੰਧੀ ਕੀ ਕਹਿਣਾ ਚਾਹੁੰਦੇ ਹਨ। ਕਲਾਨੌਰ ਦੇ ਵਿੱਚ ਗੁਰੂ ਨਾਨਕ ਕੇਂਦਰ ਰਿਸਰਚ ਸੈਂਟਰ ਇਹਨੂੰ ਜਿਹੜਾ 550 ਸਾਲਾਂ ਤੋਂ ਸ਼ੁਰੂ ਕੀਤਾ ਔਰ ਅੱਜ ਇਹਦਾ ਵਿਧੀਵਤ ਜਿਹੜਾ ਉਦਘਾਟਨ ਕੀਤਾ ਗਿਆ। 100 ਏਕੜ ਜਿਹੜੀ ਜ਼ਮੀਨ ਇਹਨੂੰ ਅਲਾਟ ਕੀਤੀ ਗਈ ਹੈ, ਇਹਦੇ ਚੋਂ 20 ਏਕੜ ਗੰਨਾ ਬੀਜਿਆ ਗਿਆ ਅਤੇ ਨਾਲ 30 ਏਕੜ ਇਹਦੇ 'ਚ ਸਰੋਂ ਜਿਹੜੀ ਸੀ ਹੁਣ ਬੀਜੀ ਸੀ। ਜਿਹੜਾ 20 ਏਕੜ ਦੇ ਵਿੱਚ ਅਸੀਂ 6 ਵਰਾਇਟੀਆਂ ਲੈ ਕੇ ਆਏ ਹਾਂ, ਉੱਥੋਂ ਕੋਇੰਬਟੂਰ ਦੀ ਵੀ ਆ, ਆਪਣਾ ਕਰਨਾਲ ਤੋਂ ਔਰ ਐਗਰੀਕਲਚਰ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦੀ 6 ਟੋਟਲ ਵਰਾਇਟੀਆਂ ਨੇ। ਔਰ ਸਭ ਤੋਂ ਵੱਧ ਇਹ ਹੈ ਕਿ ਇਹਦਾ ਝਾੜ ਦੇ ਬਾਰੇ ਜਿਹੜੀ ਕੋਇੰਬਟੂਰ ਵਾਲੀ ਉਹਨਾਂ ਨੇ ਦੇਖਿਆ ਕਿ 700 ਕੁਇੰਟਲ ਜਿਹੜਾ ਝਾੜ ਨਿਕਲੇਗਾ, ਬਾਕੀ ਜਿਹੜੇ ਪੰਜਾਬ ਦੀਆਂ ਨੇ ਉਹਨਾਂ ਦੇ ਹਿਸਾਬ ਨਾਲ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦੇ ਵਿੱਚ ਰਿਕਵਰੀ ਜਿਹੜੀ ਆ ਉਹ ਮੇਨ ਇਸ਼ੂ ਲਈ ਗਈ ਹੈ ਕਿ ਜਿਹੜੀ 11 ਤੋਂ 12% ਜਿਹੜੀ ਰਿਕਵਰੀ ਆਏਗੀ। ਜੇ ਰਿਕਵਰੀ ਬੈਟਰ ਆਉਂਦੀ ਹੈ ਤਾਂ ਸ਼ੂਗਰ ਮਿੱਲਾਂ ਚੱਲਣਗੀਆਂ ਔਰ ਸ਼ੂਗਰ ਮਿੱਲਾਂ ਚੱਲਣਗੀਆਂ ਅਤੇ ਕਿਸਾਨ ਨੂੰ ਜਿਹੜੀ ਪੇਮੈਂਟ ਵੀ ਠੀਕ ਤਰੀਕੇ ਨਾਲ ਹੋਗੀ। ਪੰਜਾਬ ਦੀ ਖਾਸ ਕਰਕੇ ਗੁਰਦਾਸਪੁਰ ਦੀ ਬੜੀ ਵੱਡੀ ਜਿਹੜੀ ਉਪਲਬਧੀ ਆ ਕਿ 2 ਸ਼ੂਗਰ ਮਿੱਲਾਂ ਦਾ ਜਿਹਨਾਂ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਔਰ ਕੰਮ ਵੀ ਸਟਾਰਟ ਹੋ ਗਿਆ। SSG ਜਿਹੜੀ ਕੰਪਨੀ ਆ ਉਹਨੂੰ ਕੰਮ ਦਿੱਤਾ ਗਿਆ, ਉਹਨਾਂ ਦਾ ਲੋਨ ਵੀ ਜਿਹੜਾ ਕੰਪਲੀਟ ਕਰ ਦਿੱਤਾ ਗਿਆ, ਲੋਨ ਵੀ ਬੈਂਕਾਂ ਨੇ ਕਰ ਦਿੱਤਾ ਔਰ ਪਹਿਲੀ ਵਾਰ ਹੋਇਆ ਕਿ ਲੋਨ ਵੀ ਅਸੀਂ ਸਸਤੇ ਰੇਟ 'ਤੇ ਲੈ ਗਿਆ। ਜੇ ਵੱਧ ਰੇਟ 'ਤੇ ਕਰਾਂਗੇ ਅਤੇ ਜਿਹੜੇ ਰੇਟ ਦੇ ਵਿੱਚ ਇੰਟਰਸਟ ਦੇ ਵਿੱਚ ਹੀ ਕਾਫੀ, ਕਿਉਂਕਿ 800-900 ਕਰੋੜ ਦੀ ਮਿਲ ਸੀ, ਜੇ 1% ਵੀ ਰੇਟ ਵੱਧ ਲੱਗ ਜਾਂਦਾ ਤਾਂ ਉਹਦੇ 'ਚ ਕੀਤੀ। ਅਸੀਂ ਆਪਣੇ ਕੋਆਪਰੇਟਿਵ ਬੈਂਕ ਕੋਲੋਂ ਜਿਹੜੀ ਹੈ ਕਿ ਕੋਸ਼ਿਸ਼ ਕੀਤੀ ਅਤੇ ਉਹਦੇ 'ਚ ਅਸੀਂ ਸਿਰੇ ਵੀ ਚੜ੍ਹ ਗਈ ਆ। ਉਹ ਕੋਆਪਰੇਟਿਵ ਬੈਂਕ ਇਹਨੂੰ ਸ਼ੂਗਰ ਫੈਡ ਨੂੰ ਹੁਣ ਲੋਨ ਜਿਹੜਾ ਫੈਕਟਰੀ ਲੋਨ ਵੀ ਉਹੀ ਦੇਵੇਗਾ। ਪੰਜਾਬ ਸਰਕਾਰ ਨੇ ਗਰੰਟੀ ਦਿੱਤੀ ਹੈ ਔਰ ਪੰਜਾਬ ਦੇ ਵਿੱਚ ਸਭ ਤੋਂ ਵਿੱਚ ਜੇ ਮੈਂ ਕਹਾਂਗਾ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਸਭ ਤੋਂ ਜ਼ਿਆਦਾ ਗੰਨਾ ਮਿੱਲਾਂ ਵੀ ਸਾਰੀਆਂ ਤੋਂ ਵੱਧ ਇੱਥੇ ਨੇ ਔਰ ਗੁਰਦਾਸਪੁਰ, ਮੁਕੇਰੀਆਂ, ਦਸੂਹਾ ਸਾਰੇ ਪਾਸੇ ਜਾਂ ਕੀੜੀ, ਦੂਸਰਾ ਤੁਹਾਡਾ ਬੁੱਟਰ ਮਿੱਲ ਹੋ ਗਈ, ਸਾਰੀਆਂ ਮਿੱਲਾਂ ਦੇ ਵਿੱਚ ਅਜੇ ਨਾਲੇ ਤੱਕ 2 ਗੁਰਦਾਸਪੁਰ ਦੀਆਂ 8-9 ਮਿੱਲਾਂ ਨੂੰ ਇੱਕ ਜ਼ਿਲ੍ਹਾ ਹੀ ਸਪਲਾਈ ਕਰਦਾ ਅਤੇ ਉੱਥੇ ਇਹ ਰਿਸਰਚ ਸੈਂਟਰ ਲਾਉਣਾ ਬਹੁਤ ਜ਼ਰੂਰੀ ਸੀ। ਜਿਹੜਾ ਰਿਸਰਚ ਸੈਂਟਰ ਕੇ ਸਟਾਰਟ ਕੀਤਾ, ਤੁਸੀਂ ਦੇਖਿਆ
ਐਤਕੀ ਮੇਰੇ ਖਿਆਲ ਹੋਰ ਕਿੰਨਾ ਵਧਾ ਰਹੇ ਹੋ ਤੇਲਾਂ ਨੂੰ? ਇੱਕ 35 ਕਿੱਲੇ ਆਪਣੇ ਫਰਵਰੀ ਮਾਰਚ ਵੱਧ ਜਾਣਾ ਜੀ। 35 ਕਿੱਲੇ 20 ਤੇ 35 55 ਕਿੱਲੇ ਸਾਡਾ ਜਿਹੜਾ ਫਰਵਰੀ ਮਾਰਚ ਤੱਕ ਜਿਹੜਾ ਹੋਰ ਵੀ ਉਹਨੂੰ ਤਿਆਰ ਕੀਤਾ ਜਾਏਗਾ। ਮੈਂ ਕਿਸਾਨ ਵੀਰਾਂ ਨੂੰ ਇਹ ਵੀ ਕਹਿੰਦਾ ਤੇ ਇੱਥੋਂ ਲੈ ਕੇ ਤੇ ਸੀਡ ਤਿਆਰ ਕਰਨ, ਥੋੜਾ ਭਾਵੇਂ 2 ਮਰਲੇ 5 ਮਰਲੇ 10 ਮਰਲੇ ਤੱਕ ਜਿੰਨਾ ਕਿ ਇਹਨੂੰ ਚਾਹੀਦਾ ਇੱਥੋਂ ਸਪਲਾਈ ਕੀਤਾ ਜਾਏਗਾ। ਇਹਦੇ ਤੋਂ ਵੱਧ ਕਰਨ ਕਿਉਂਕਿ ਮਲਟੀਪਲਾਈ ਕਰਨਾ ਉਹ ਅੱਗੇ ਜਾ ਕੇ ਆਪਣਾ ਬੀਜ ਤਿਆਰ ਕਰਨਗੇ। ਸਰ ਕਦੋਂ ਤੋਂ ਮਿਲਣਾ ਸ਼ੁਰੂ ਹੋ ਜਾਏਗਾ ਬੀਜ? ਅਕਤੂਬਰ ਫਰਵਰੀ ਤੋਂ ਇਹਨੂੰ ਸਟਾਰਟ ਪ੍ਰਕਿਰਿਆ ਕਰਨਾ। ਕੀ ਹੋਏਗੀ ਇਹਦੀ? ਹਾਂਜੀ, ਬੀਜ ਲੈਣ ਦੀ ਪ੍ਰਕਿਰਿਆ ਕੀ ਹੋਏਗੀ ਕਿਸਾਨਾਂ ਨੂੰ? ਪ੍ਰਕਿਰਿਆ ਜਿਹੜੀ ਆ ਉਹ ਇੱਥੇ ਦੱਸੀ ਜਾਏਗੀ, ਲਿਖ ਕੇ ਲਾਇਆ ਜਾਏਗਾ। ਜਿਹੜਾ ਕਿਸਾਨ ਆਏਗਾ ਜਿਹੜੀ ਉਹਦੀ ਡਿਮਾਂਡ ਹੈ, ਸਾਡੇ ਜਿਹੜੇ ਸਰਵੇਅਰ ਹੈ ਜਾ ਕੇ ਉੱਥੇ ਦੇਖਣਗੇ ਕਿ ਕਿਸਾਨ ਕਿੰਨਾ, ਇਹਦੀ ਬੈਕਗ੍ਰਾਉਂਡ ਵੀ ਦੇਖੀ ਜਾਏਗੀ ਕਿ ਕਿੰਨਾ ਕੁ ਉਹਦੇ 'ਚ ਇੰਟਰਸਟ ਕਰਦੇ ਆ। ਜਿਹੜੇ ਵਧੀਆ ਕਿਸਾਨ ਹੋਣਗੇ ਉਹਨਾਂ ਨੂੰ ਪ੍ਰਾਇੋਰਟੀ ਦੇ ਦਿੱਤਾ ਜਾਏਗਾ। ਜਿਹੜੇ ਜੁੜੇ ਨੇ ਕਿਸਾਨੀ ਦੇ ਨਾਲ, ਜਿਹੜੇ ਮਿਹਨਤ ਕਰਦੇ ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਜਾਏਗੀ। ਸਰ ਦੇਖੋ, ਮੈਂ ਇਹ ਵੀ ਕਹਿੰਦਾ ਕਿ ਇਲੈਕਸ਼ਨਸ ਦੇ ਵਿੱਚ ਇੰਨਾ ਵਾਇਲੈਂਟ ਨਹੀਂ ਹੋਣਾ ਚਾਹੀਦਾ। ਇਲੈਕਸ਼ਨਾਂ ਆਉਂਦੀਆਂ ਨੇ, ਮੁਲਾਜ਼ਮਾਂ ਨੂੰ ਚਾਹੀਦਾ ਕਿ ਜਿਹੜੀ 5 ਸਾਲ ਅਸੀਂ ਉਹਨਾਂ ਦੇ ਨਾਲ ਹੁੰਦੇ ਹਾਂ, ਮੇਰੇ ਖਿਆਲ 150 ਕਰੋੜ ਜਿਹੜੀ ਆ ਕਿ ਹਰ ਰੋਜ਼ ਤਨਖਾਹ ਦਿੱਤੀ ਜਾਂਦੀ ਹੈ ਮੁਲਾਜ਼ਮਾਂ ਨੂੰ। ਤੇ ਜਿੱਥੇ ਇੰਨੀ 35 ਲੱਖ ਇੰਪਲੋਏ ਪੰਜਾਬ 'ਚ ਬੇਰੁਜ਼ਗਾਰ ਆ ਤੇ ਸਾਰਿਆਂ ਨੂੰ ਰੋਜ਼ਗਾਰ ਦਿੱਤਾ ਵੀ ਨਹੀਂ ਜਾ ਸਕਦਾ। ਜੇ ਅਸੀਂ ਇਹ ਚੀਜ਼ਾਂ ਨੂੰ ਲੈ ਕੇ ਚੱਲੀਏ, ਜਿੱਦਾਂ ਆ ਮੈਂ ਇੱਥੇ ਲਾਇਆ, ਤੇ ਜੇ ਜਿੱਥੇ ਖੜੇ ਆ, ਜਿੰਨੀ ਦੇਰ ਇਹੋ ਜਿਹੀਆਂ ਚੀਜ਼ਾਂ ਨਹੀਂ ਕੀਤੀਆਂ ਜਾਣਗੀਆਂ, ਪੰਜਾਬ ਆਪਣੇ ਪੈਰਾਂ ਤੇ ਖੜਾ ਨਹੀਂ ਹੋਏਗਾ। ਇੱਥੇ ਜੇ ਅਸੀਂ 500 ਕੁਇੰਟਲ, ਮੈਂ ਨਹੀਂ ਕਹਿੰਦਾ 700 ਕੁਇੰਟਲ ਨਿਕਲੇ, 360 ਰੁਪਏ ਗੰਨੇ ਦਾ ਰੇਟ ਆ, ਤੇ ਜੇ ਅਜੇ 300 ਨਾ ਕੱਢੀਏ ਤੇ 1.25 ਲੱਖ ਦਾ ਆ ਗਿਆ, ਤੇ ਜੇ 500 ਨਾ ਕੱਢੋਗੇ ਤੇ 2.5 ਲੱਖ ਆ ਗਿਆ। ਤੇ ਬੱਚੇ ਆਪਣੇ ਆਪ ਕੰਮਾਂ 'ਚ ਲੱਗਣਗੇ। ਸਾਨੂੰ ਜਿਹੜੇ ਹੈਗੇ ਉਹ ਜਿਹੜਾ ਕੰਮ ਕਰਨੇ ਚਾਹੀਦਾ ਜਿਹਦੇ ਨਾਲ ਲੋਕਾਂ ਦਾ ਧਿਆਨ, ਸਬਜ਼ੀਆਂ ਜੇ ਉਹ ਸਾਰੇ ਕੰਮ ਸਾਨੂੰ ਕਰਨੇ ਪੈਣਗੇ। ਔਰ ਇੱਕ ਚੀਜ਼ ਹੋਰ ਮੈਂ ਦੱਸ ਦੇਣੀ ਚਾਹੁੰਦਾ ਕਿ ਖੇਤੀਬਾੜੀ ਦਾ ਧੰਦਾ ਨਹੀਂ, ਇਹਨੂੰ ਸਰਕਾਰ ਸਪੋਰਟ ਕਰਦੀ ਹੈ। 360 ਰੁਪਏ ਜੇ ਰੇਟ ਆ, ਤੇ ਇਹਦੇ 'ਚੋਂ 35 ਰੁਪਏ ਪ੍ਰਾਈਵੇਟ ਮਿਲਾਂ ਨੂੰ ਸਰਕਾਰ ਵੀ ਦੇ ਰਹੀ ਹੈ ਤਾਂ ਕਿ ਕਿਸਾਨ ਦਾ ਗੰਨਾ ਚੱਕਿਆ ਜਾ ਸਕੇ। ਸਰ ਇਹ ਪਿਛਲੇ ਸਮੇਂ ਜਿਹੜੀ ਕਾਰਵਾਈ ਹੈ, ਜਿਹੜੀ ਮੈਜਿਸਟਰੀਅਲ ਇਨਕੁਆਇਰੀ ਦੀ ਵੀ ਗੱਲ ਆਈ ਹੈ, ਮੈਜਿਸਟਰੀਅਲ ਇਨਕੁਆਇਰੀ ਜਿਹੜੀ ਹੈ, ਜਿਹਦਾ ਲਾਠੀ ਚਾਰਜ ਹੁੰਦਾ, ਉਹਦੇ 'ਚ ਮੈਜਿਸਟਰੀਅਲ ਜਿਹੜੀ ਇਨਕੁਆਇਰੀ ਆਈ ਹੈ, ਜੋ ਮੈਜਿਸਟਰੇਟ ਇਹਨੂੰ ਆਪਣੀ ਰਿਪੋਰਟ ਦੇਗਾ, ਉਹਦੇ ਤੇ ਸਖਤ ਐਕਸ਼ਨ ਕੀਤਾ ਪੁਲਿਸ ਜਾਏਗਾ। ਦਾ ਰੂਲ ਕਿਵੇਂ ਦੇਖਦੇ ਹੋ? ਜਿਹੜੇ ਆਫੀਸਰਸ ਹੋ ਰਹੇ ਨੇ, ਵੀਡੀਓਜ਼ ਵਾਇਰਲ ਹੋ ਰਹੇ ਨਹੀਂ, ਇਹ ਵੇਖੋ ਨਾ, ਹੁਣ ਮੈਜਿਸਟਰੇਟ ਦੀ ਜਦੋਂ ਇਨਕੁਆਇਰੀ ਹੋਗੀ ਉਹਦੇ ਬਾਰੇ ਮਿਨਿਸਟਰ ਕੁਝ ਨਹੀਂ ਕਹਿ ਸਕਦਾ। ਉਹਦੀ ਇਨਕੁਆਇਰੀ ਮਾਰਕ ਹੋ ਕੇ ਜਿਹੜੀ ਆਏਗੀ ਸਖਤ ਕਾਰਵਾਈ ਕੀਤੀ ਜਾਏਗੀ। ਕੈਪਟਨ ਸਾਹਿਬ ਕਹਿ ਰਹੇ ਰੰਧਾਵਾ ਸਾਹਿਬ ਕੋਲ ਗ੍ਰਹਿ ਮੰਤਰਾਲਾ ਪਰ ਗਾਵਾ ਦਾ ਬਾਦਲਾਂ ਨੂੰ ਕਿਉਂ ਨਹੀਂ ਅੰਦਰ ਕਰਦੇ ਜੀ? ਕੈਪਟਨ ਸਾਹਿਬ ਨੂੰ ਆਖੋ ਕਿ ਤੁਸੀਂ 4.5 ਸਾਲ ਝੂਠੀ ਸਹੁੰ ਖਾ ਕੇ ਤੇ ਉਹਨਾਂ ਨਾਲ ਰਿਸ਼ਤੇਦਾਰੀ ਭਗਾਉਂਦੇ ਰਹਿੰਦੇ ਹੋ। ਅਜੇ ਤੇ ਮੈਨੂੰ 2.5 ਮਹੀਨੇ ਮਿਲੇ ਨੇ, ਤੇ ਜੇ ਕੈਪਟਨ ਸਾਹਿਬ ਦਾ ਟਾਈਮ ਹੁੰਦਾ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਵੀ ਅੰਦਰ ਕਰ ਦੇਣਾ। ਸਰ ਸਿਆਸਤ ਦੇ ਉੱਤੇ ਗੱਲ ਕਰ ਲਈ ਤੇ ਇਸ ਵੇਲੇ ਅਰਵਿੰਦ ਕੇਜਰੀਵਾਲ ਜਿਵੇਂ ਲਗਾਤਾਰ ਬਿਆਨਬਾਜ਼ੀ ਕਰ ਰਹੇ, ਕਿਵੇਂ ਦੇਖਦੇ ਹੋ ਉਸ ਨੂੰ? ਬਿਆਨਬਾਜ਼ੀ ਦੀ ਤੇ ਮੈਨੂੰ ਕੋਈ ਇਹ ਨਹੀਂ ਹੈਗੀ। ਮੈਂ ਤੇ ਉਹੀ ਕਹਿੰਦਾ ਕਿ ਕਲਾਨੌਰ ਆਣ ਕੇ ਬਿਆਨਬਾਜ਼ੀ ਕਰਕੇ ਵੇਖ ਲਈ। ਕਲਾਨੌਰ ਦੇ ਵਿੱਚ ਰਿਸਰਚ ਸੈਂਟਰ ਬਣਾਉਣਾ ਛੋਟੀ ਗੱਲ ਆ। ਜਿਹੜਾ ਕਾਲਜ ਬਣਾਉਣਾ, ਡਿਗਰੀ ਕਾਲਜ ਜਿਹੜਾ ਕਦੀ ਨਹੀਂ ਸੀ ਬਣਿਆ, ਇਹਨੂੰ ਡਿਗਰੀ ਕਾਲਜ ਇੱਥੇ 10 ਕਰੋੜ ਦੇ ਨਾਲ ਬਣਿਆ, ਤੁਹਾਡੇ ਸਾਹਮਣੇ ਹੀ ਆ। ਹਸਪੀਟਲ ਜਿਹੜਾ ਸੀਗਾ, ਦੋਨੋਂ ਹੀ ਹਸਪੀਟਲ ਐਮਰਜੈਂਸੀ ਜਿਹੜੀ ਬਣ ਰਹੀ ਆ। ਮੇਰੇ ਨਾਲੋਂ ਸਵਾਲ ਪੁੱਛਣ ਦੀ ਬਜਾਏ ਚੀਜ਼ਾਂ ਲੈ ਕੇ ਇਸ ਇਲਾਕੇ ਦੀਆਂ ਤੇ ਕੇਜਰੀਵਾਲ ਕੋਲ ਜਾਣਾ ਚਾਹੀਦਾ। ਸਕੂਲ ਵੀ ਭਾਵੇਂ ਬੇਸ਼ੱਕ ਉਹਦੇ ਕੋਲ ਲੈ ਜਾਓ ਕਿ ਜਿਨ੍ਹਾਂ ਦੀ ਸਕੂਲਾਂ ਦੀ ਕਾਇਆਕਲਪ ਕੀਤੀ ਹੈ। ਜਿਹੜੀਆਂ ਡਿਸਪੈਂਸਰੀਆਂ ਨੇ ਪਿੰਡਾਂ ਦੇ ਵਿੱਚ ਐਨੀਮਲ ਹਸਬੈਂਡਰੀ ਦੀ, ਤੇ ਜਾਂ ਜਿਹੜੀਆਂ ਸਿਵਲ ਡਿਸਪੈਂਸਰੀਆਂ ਤੁਹਾਡੇ ਸਾਹਮਣੇ, ਤੁਸੀਂ ਨਾਲ ਹੀ ਜਾਂਦੇ ਹੋ। 25-25 ਲੱਖ ਰੁਪਈਆ ਲਾ ਕੇ ਡਿਸਪੈਂਸਰੀਆਂ ਜਿਹੜੀਆਂ ਉਹਨਾਂ ਦੀ ਰੈਨੋਵੇਸ਼ਨ ਕੀਤੀ ਗਈ ਹੈ। ਗਲੀਆਂ ਨਾਲੀਆਂ ਕਿਸੇ ਪਿੰਡ 'ਚ ਵੀ ਚਲੇ ਜਾਓ, ਤੇ ਮੇਰਾ ਚੈਲੰਜ ਹੈ ਕਿ ਦਿੱਲੀ ਦੀਆਂ ਗਲੀਆਂ ਨਾਲੋਂ, ਭਾਵੇਂ ਉਹ ਦੇਸ਼ ਦੀ ਰਾਜਧਾਨੀ ਆ, ਉਹਦੇ ਨਾਲੋਂ ਵਧੀਆ ਸਾਡੀਆਂ ਨੇ। ਤੇ ਮੇਰੀ ਤੁਹਾਨੂੰ ਬੇਨਤੀ ਆ ਕਰਕੇ ਚਾਵਲਾ ਸਾਹਿਬ 4-5 ਪਿੰਡਾਂ ਦੀ ਨਾ ਬਣਾ ਕੇ ਤੇ ਉਹ ਜ਼ਰੂਰ ਦਿਖਾ ਦਿਓ ਕਿ ਜੀ ਆਹ ਵੇਖ ਲਓ ਤੇ ਇਹ ਵੀ ਪਿੰਡ ਵੇਖ ਲਓ। ਸਰ ਬਿਕਰਮ ਮਜੀਠੀਆ ਦੇ ਬਿਆਨ ਕਿਵੇਂ ਦੇਖਦੇ ਹੋ? ਬਿਕਰਮ ਮਜੀਠੀਆ ਕੀ ਕਹਿੰਦਾ? ਜਦੋਂ ਇਹ ਕਹਿ ਰਿਹਾ ਕਿ ਬਦਲੀਆਂ ਦੇ ਪੈਸੇ ਲਏ, ਉਹਨੂੰ ਤਾਂ ਬੋਲਣ ਦੀ ਆਦਤ ਆ। ਤੁਹਾਨੂੰ ਪਤਾ ਹੀ ਆ ਕਿ ਜੇ ਜਦੋਂ ਸੁਖਜਿੰਦਰ ਸਿੰਘ ਰੰਧਾਵੇ ਤੇ ਇਹੋ ਜਿਹੀ ਕੋਈ ਐਲੀਗੇਸ਼ਨ ਲੱਗੇ ਕਿ ਕਦੀ ਵੀ ਪੋਲਿਟਿਕਸ ਨਹੀਂ ਕਰੂਗਾ, ਇਹਨਾਂ ਬਸ਼ਰਮਾ ਵਾਂਗੂ ਇਹ ਚਿੱਟਾ ਮੂੰਹ ਤੇ ਲਵਾ ਕੇ ਤੁਰੇ ਫਿਰਦੇ, ਇਹਨਾਂ ਦੀ ਮੈਨੂੰ ਕੋਈ ਸਰ ਪਰਵਾਹ ਬੇਅਦਬੀ ਦੇ ਮਾਮਲੇ ਦੀ ਬੜੀ ਲੋਕਾਂ ਨੂੰ ਆਸ ਹੈ ਕਿ ਫੈਸਲਾ ਬੇਅਦਬੀ ਦੇ ਮਾਮਲੇ 'ਚ ਵੇਖੋ, ਜਿਹੜੀ ਮੈਂ ਤੁਹਾਡੇ ਨਾਲ ਬਿਲਕੁਲ ਮੈਂ ਸਹਿਮਤ ਹਾਂ। ਟਾਈਮ ਜਿਹੜਾ 2 ਮਹੀਨੇ ਦਾ ਮਿਲਿਆ, 2.5 ਮਹੀਨੇ ਕਹਿ ਲਓ, ਸਾਰੀਆਂ ਚੀਜ਼ਾਂ ਮੈਂ ਜਿਹੜੀਆਂ ਜਿਸ ਹਿਸਾਬ ਦੇ ਨਾਲ 4.5 ਸਾਲ ਤੋਂ ਬੇਅਦਬੀ ਦੇ ਬਾਰੇ ਕੋਈ ਸਰਕਾਰ ਨੇ ਇਹ ਚੁੱਕਿਆ ਨਹੀਂ, ਤੇ ਮੈਂ ਆਉਂਦਾ ਸਭ ਤੋਂ ਪਹਿਲਾਂ ਹਾਈ ਕੋਰਟ 'ਚ ਗਿਆ ਕਿ ਜਿਹੜਾ ਬਾਬਾ ਉਹਦੀ
ਇਨਕੁਆਇਰੀ ਕੀਤੀ ਜਾਏ, ਉਹਦੀ ਕਸਟੋਡੀਅਲ ਜਿਹੜੀ ਇੰਟਰੋਗੇਸ਼ਨ ਕੀਤੀ ਜਾਏ। ਅਸੀਂ ਲੋਅਰ ਕੋਰਟ 'ਚ ਉਹਦੇ ਅਗੇਂਸਟ ਵਾਰੰਟ ਵੀ ਲੈ ਲਏ, ਉਹ ਹਾਈ ਕੋਰਟ ਚਲਾ ਗਿਆ। ਹਾਈ ਕੋਰਟ ਨੇ ਆਦੇਸ਼ ਦਿੱਤੇ ਕਿ ਤੁਸੀਂ ਉੱਥੇ ਜਾ ਕੇ ਉਹਨੂੰ ਇੰਟਰੋਗੇਟ ਕਰੇ। ਉਹਦੇ ਬਾਅਦ ਇਹ ਵੀ ਆਇਆ ਕਿ ਇਹਨਾਂ ਦੇ ਜਿਹੜੇ ਦੂਸਰੇ ਨਾਲ ਕੋਈ ਪ੍ਰੇਮੀ ਨੇ ਉਹਨਾਂ ਦੀ ਕੀਤੀ ਜਾਏ। ਉਹਦੇ 'ਚ ਜਾ ਕੇ ਪਰਸੋਂ ਸਾਡੀ ਟੀਮ ਡੇਰੇ 'ਚ ਵੀ ਗਈ। ਦੁਬਾਰਾ ਅਸੀਂ ਫਿਰ ਐਪਲੀਕੇਸ਼ਨ ਦਿੱਤੀ ਹੈ ਕਿ ਇਹਦੀ ਰਾਮ ਰਹੀਮ ਦੀ ਸਾਨੂੰ ਫਿਰ ਜਿਹੜੀ ਆ ਇਨਕੁਆਇਰੀ ਕਰਨ ਦੀ ਪਰਮਿਸ਼ਨ ਦਿੱਤੀ ਜਾਏ, ਇੰਟਰੋਗੇਟ ਕਰਨ ਦੀ। ਅਤੇ ਨਾਲ ਹੀ ਇਹ ਕਿਹਾ ਗਿਆ ਕਿ ਜਿੰਨੀ ਦੇਰ ਅਸੀਂ ਲੈ ਕੇ ਨਹੀਂ ਆਉਂਦੇ ਕਿ ਕਿੱਥੇ ਕਿੱਥੇ ਜੋ ਪੱਤਰੇ ਸੁੱਟੇ, ਬੇਅਦਬੀ ਕਿਵੇਂ ਹੋਈ, ਚੋਰੀ ਕਿਵੇਂ ਹੋਈ, ਇਹ ਸਾਡੇ ਅੱਗੇ ਉਹ ਮੁਲਜ਼ਮ ਨੂੰ ਲਿਆ ਕੇ ਇੱਥੇ ਰਿਕਵਰੀ ਬਾਰੇ ਵੀ ਕੀਤਾ ਜਾਵੇ। ਅਤੇ ਦੂਸਰਾ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਜਦੋਂ ਵਿੱਚ ਕੋਰਟਾਂ ਦੀ ਪ੍ਰਕਿਰਿਆ ਆ ਜਾਂਦੀ ਹੈ ਅਤੇ ਸਾਨੂੰ ਕੋਰਟ ਦਾ ਵੀ ਆਨਰ ਕਰਨਾ ਪੈਂਦਾ। ਜੇਲ੍ਹ ਦੇ ਵਿੱਚ ਸਿੱਧਾ ਅਸੀਂ ਜਾ ਨਹੀਂ ਸਕਦੇ, ਦੂਸਰੀ ਸਟੇਟ 'ਚ ਸਿੱਧਾ ਜਾ ਨਹੀਂ ਸਕਦੇ, ਪਰ ਕੋਸ਼ਿਸ਼ ਕਰ ਰਹੇ ਹਾਂ ਕਿ ਡੇ ਬਾਈ ਡੇ ਅਸੀਂ ਇਸ ਕੰਮ 'ਚ ਲੱਗੇ ਹਾਂ ਔਰ ਸਾਨੂੰ ਸਫਲਤਾ ਮਿਲੇਗੀ। ਸਰ ਲਾਸਟ ਸਵਾਲ ਹੈ ਕਿ ਜਿਹੜੇ ਪ੍ਰੋਟੈਸਟਰਸ ਦੇ ਉੱਤੇ ਲਾਠੀਚਾਰਜ ਇਹ ਸਨ ਉਪ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਕਲਾਨੌਰ ਖੇਤਰ ਵਿੱਚ 100 ਏਕੜ ਜ਼ਮੀਨ ਦੇ ਵਿੱਚ ਜੋ ਗੰਨਾ ਖੋਜ ਕੇਂਦਰ ਜਿਹੜਾ ਅੱਜ ਸ਼ੁਰੂਆਤ ਕੀਤੀ ਗਈ, ਇਸ ਨਾਲ ਕਿਸਾਨਾਂ ਨੂੰ ਵੱਡਾ ਲਾਭ ਮਿਲੇਗਾ। ਉਹਨਾਂ ਨੇ ਜਿਵੇਂ ਦੱਸਿਆ ਹੈ ਕਿ ਕਿਸਾਨੀ ਕਿੱਤੇ ਦੇ ਵਿੱਚ ਸਰਕਾਰ ਦਾ ਯੋਗਦਾਨ ਹੋਣਾ ਬਹੁਤ ਜ਼ਰੂਰੀ ਹੈ ਅਤੇ ਸਰਕਾਰ ਵੀ ਜਿਹੜੀ ਆ ਉਹ ਸਮੇਂ-ਸਮੇਂ 'ਤੇ ਕਿਸਾਨਾਂ ਦਾ ਜਿਹੜਾ ਵਾ ਸਹਿਯੋਗ ਕਰਦੀ ਆ ਰਹੀ ਹੈ। ਇਸ ਦੇ ਨਾਲ ਹੀ ਅੱਜ ਜਦੋਂ ਸਿਆਸੀ ਸਵਾਲ ਜਵਾਬ ਸਰਦਾਰ ਰੰਧਾਵਾ ਨਾਲ ਕੀਤੇ ਗਏ ਤਾਂ ਉਹਨਾਂ ਨੇ ਬੇਅਦਬੀ ਦੇ ਮਾਮਲੇ 'ਤੇ ਜਿੱਥੇ ਗੱਲ ਕਰਦਿਆਂ ਸਪਸ਼ਟ ਕੀਤਾ ਕਿ ਕੁਝ ਕਾਨੂੰਨੀ ਪ੍ਰਕਿਰਿਆਵਾਂ ਦੇ ਆਉਣ ਦੇ ਨਾਲ ਜਿਹੜਾ ਵਾ ਉਹ ਮਾਮਲਾ ਲਟਕ ਰਿਹਾ, ਪਰ ਉਸ ਮਾਮਲੇ ਦੇ ਉੱਤੇ ਜਲਦੀ ਹੀ ਕੁਝ ਨਾ ਕੁਝ ਫੈਸਲਾ ਜਿਹੜਾ ਵਾ ਲੋਕਾਂ ਦੀ ਜਿਹੜੀ ਆਸ ਹੈ ਕਿ ਬੇਅਦਬੀ ਮਾਮਲਿਆਂ 'ਤੇ ਜੇ ਕੋਈ ਫੈਸਲਾ ਹੈਗਾ ਉਸ ਦਾ ਫੈਸਲਾ ਆ ਜਾਵੇ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ Apple TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।